चार कुंट दह दिश भ्रमे, थक आए प्रभ की शाम। तेन दुदै ते बाहरी, कितै न आवै काम। जल बिन साख कुमलावती, उपजै नाही दाम। दद्दा दोष ना दियो किसै, दोष कर्मा अपनिया। जो मैं किया सो मैं पाया, दोष न दीजै अवर जना। फरीदा चार गवाया हंड कै, चार गवाया सम। लेखा रब मंगेसिया, तू आह केरे कम। फरीदा जिन्नी कमी नाहे गुण, ते कमड़े विसार। मत शर्मिंदा थी वहीं, साईं दे दरबार। फरीदा काले मैंडे कपड़े, काला मैंडा वेस। गुण ही भरिया मैं फिरां, लोग कह दरवेश। आप सवारै मैं मिलै, मैं मिलिया सुख होए। फरीदा जे तू मेरा होए रहै, सब जग तेरा होए। हाजरा हजूर जहरा जहूर, चवर छतर तखत दे मालक। वालीए कुल आलम, राजान राज पानान पान। देवान देव उपमा महान, दसां पातशाहियां दी आत्मक जोत। धन गुरु ग्रंथ साहिब महाराज जी की पावन पवित्र मुकद्दस गोद का आनंद माण रही गुरु सवारी साध संगत। दशमेश पिता धन गुरु गोबिंद सिंह महाराज जी के पावन पवित्र स्थान सतगुरु जी की चरण छो धरती गुरुद्वारा नाढ़ा साहिब पूर्णमासी ਅਤੇ ਸੰਗਰਾਂਦ ਦੇ ਦਿਹਾੜੇ ਦੇ ਉੱਤੇ ਵਿਸ਼ੇਸ਼ ਤੌਰ ਦੇ ਉੱਤੇ ਆਪ ਜੀ ਹਾਜ਼ਰੀਆਂ ਲਵਾ ਰਹੇ ਹੋ। ਗੁਰੂ ਸਵਾਰਿਆਂ ਕੋਲੋਂ ਆਪ ਜੀ ਨੇ ਇਲਾਹੀ ਬਾਣੀ ਧੁਰ ਕੀ ਬਾਣੀ ਆਸਾ ਕੀ ਵਾਰ ਦਾ ਪਾਵਨ ਕੀਰਤਨ ਸ਼ਰਵਣ ਕੀਤਾ ਹੈ। ਗੁਰੂ ਦੇ ਦਰ ਦੇ ਉੱਤੇ ਆ ਕੇ ਇੱਥੇ ਜਿੰਨਾ ਵੱਧ ਸਮਾਂ ਬਤੀਤ ਹੋਵੇ ਉਹ ਮਾਲਕ ਦੀ ਕਚਹਿਰੀ ਵਿੱਚ ਮਾਲਕ ਦੇ ਦਰਬਾਰ ਦੇ ਵਿੱਚ ਉਹ ਸਮਾਂ ਲਿਖਿਆ ਜਾਂਦਾ ਹੈ। ਭਾਵਨਾ ਵਾਲੇ ਸ਼ਰਧਾ ਵਾਲੇ ਨੇਮ ਦੇ ਨਾਲ ਅਤੇ ਪ੍ਰੇਮ ਦੇ ਨਾਲ ਦੋਵਾਂ ਗੱਲਾਂ ਦਾ ਹੋਣਾ ਬੜਾ ਜ਼ਰੂਰੀ ਹੈ। ਜਿਸ ਗੁਰੂ ਦੇ ਦਰ 'ਤੇ ਆਪਾਂ ਬੈਠੇ ਹਾਂ ਉਸ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਹੈ, ਸਾਚ ਕਹੋ ਸੁਨ ਲਿਹੋ ਸਬੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਨੇਮ ਵੀ ਜ਼ਰੂਰੀ ਹੈ ਅਤੇ ਪ੍ਰੇਮ ਵੀ ਜ਼ਰੂਰੀ ਹੈ, ਸ਼ਰਧਾ ਭਾਵਨਾ ਹੋਣੀ ਚਾਹੀਦੀ ਹੈ। ਸੋ ਆਪ ਬੜੀ ਹੀ ਭਾਵਨਾ ਦੇ ਨਾਲ ਗੁਰੂ ਦੇ ਦਰ 'ਤੇ ਚੱਲ ਕੇ ਆਏ ਹੋ। ਸਤਿਗੁਰੂ ਜੀ ਰਹਿਮਤ ਕਰਨ, ਤੁਹਾਡੇ ਸਾਰਿਆਂ ਦੀ ਹਾਜ਼ਰੀ ਗੁਰੂ ਦਰਬਾਰ ਵਿੱਚ ਲੱਗੇ। ਸਤਿਕਾਰਯੋਗ ਇਸ ਪਾਵਨ ਸਥਾਨ ਦੇ ਹੈੱਡ ਗ੍ਰੰਥੀ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਨੇ ਅੱਜ ਦੇ ਇਸ ਪਾਵਨ ਮਹੀਨੇ ਦੇ ਪਾਵਨ ਸ਼ਬਦ ਨੂੰ ਪੜ੍ਹਨਾ ਕੀਤਾ ਹੈ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਾਰੇ ਮਨ ਬਿਰਤੀਆਂ ਨੂੰ ਕਰੋ ਇਕਾਗਰ। ਬੜੇ ਹੀ ਅਦਬ ਅਤੇ ਸਤਿਕਾਰ ਦੇ ਨਾਲ ਸਾਹਿਬਾਂ ਨੂੰ ਝੁਕਾਵੋ ਸੀਸ, ਦੇਵੋ ਪਿਆਰ ਦਾ ਸਬੂਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵੇਖ ਰਹੇ ਹਾਂ ਸਵੇਰ ਤੋਂ ਅੰਮ੍ਰਿਤ ਵੇਲੇ ਤੋਂ ਬਹੁਤ ਦੂਰ ਦੁਰਾਡੇ ਤੋਂ ਸੰਗਤ ਗੁਰੂ ਦੇ ਦਰ 'ਤੇ ਚੱਲ ਕੇ ਆ ਰਹੀ ਹੈ। ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾਤਾ ਜੀ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ। ਵੇਖੋ ਨੇਮ ਤੇ ਪ੍ਰੇਮ ਕਿੰਨਾ ਜ਼ਰੂਰੀ ਹੈ। ਸਾਡਾ ਇਤਿਹਾਸ ਇਹ ਗੱਲ ਕਹਿੰਦਾ ਹੈ ਕਿ ਲੱਖਾਂ ਦੀ ਗਿਣਤੀ ਦੀ ਫੌਜ, ਕਿਤੇ ਪਹਾੜੀ ਰਾਜੇ, ਕਿੰਨੇ ਤਰ੍ਹਾਂ ਦੀ ਫੌਜ, ਕਿੰਨੇ ਪਾਸੇ ਤੋਂ ਫੌਜ ਜਿਹੜੀ ਹੈ ਚੱਲ ਕੇ ਆਈ ਹੈ। ਵਿਦਵਾਨਾਂ ਨੇ 10 ਲੱਖ ਫੌਜ ਦਾ ਵੀ ਜ਼ਿਕਰ ਕੀਤਾ। ਦਾਤਾ ਜੀ ਸਰਸਾ ਨਦੀ ਦੇ ਕਿਨਾਰੇ 'ਤੇ ਜਿਸ ਵੇਲੇ ਪਹੁੰਚੇ ਤੇ ਸਤਿਗੁਰੂ ਕਹਿੰਦੇ ਨੇ ਹੁਣ ਨੇਮ ਦਾ ਤੇ ਪ੍ਰੇਮ ਦਾ ਸਮਾਂ ਹੋ ਚੁੱਕਿਆ ਹੈ। ਆਪ ਜੀ ਜੁੜ ਰਹੇ ਸੀ ਨਾ ਆਸਾ ਕੀ ਵਾਰ ਦੇ ਕੀਰਤਨ ਦੇ ਨਾਲ। ਇਹ ਸਾਡਾ ਸੰਗਤੀ ਰੂਪ ਵਿੱਚ ਨਿਤਨੇਮ ਹੈ ਜਿਹਨੂੰ ਅਸੀਂ ਭੁੱਲਦੇ ਜਾ ਰਹੇ ਹਾਂ। ਅਤੇ ਭਾਵਨਾ ਵਾਲੇ ਸਿੱਖ ਜਿਹੜੇ ਨੇ ਅੱਜ ਵੀ ਇਸ ਕੀਰਤਨ ਨੂੰ ਬੜੀ ਸ਼ਰਧਾ ਭਾਵਨਾ ਦੇ ਨਾਲ ਸੁਣਨ ਵਾਸਤੇ ਗੁਰੂ ਦੇ ਦਰ 'ਤੇ ਪਹੁੰਚਦੇ ਨੇ। ਸਤਿਗੁਰੂ ਨੂੰ ਜਦੋਂ ਸਿੱਖਾਂ ਨੂੰ ਸਵਾਲ ਕੀਤਾ ਦਾਤਾ ਜੀ ਨੇ, ਸਿੱਖ ਕਹਿੰਦੇ ਨੇ ਸਤਿਗੁਰ ਸਮਝੇ ਨਹੀਂ, ਕੀ ਕਰਨਾ ਚਾਹੀਦਾ? ਸਤਿਗੁਰ ਕਹਿੰਦੇ ਤੁਹਾਨੂੰ ਪਤਾ ਹੀ ਹੈ ਇਸ ਵੇਲੇ ਕੀ ਕੀਤਾ ਜਾਂਦਾ ਹੈ। ਕਹਿੰਦੇ ਨੇ ਗੁਰੂ ਦਰਬਾਰ ਵਿੱਚ ਸਾਂ, ਜਦੋਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ 'ਤੇ ਸਾਂ, ਅਤੇ ਉਸ ਵੇਲੇ ਇਹ ਜਿਹੜਾ ਸਮਾਂ ਸੀ ਆਸਾ ਕੀ ਵਾਰ ਦਾ ਕੀਰਤਨ ਦਾ ਸਮਾਂ ਸੀ। ਅਤੇ ਸਤਿਗੁਰ ਕਹਿੰਦੇ ਨੇ ਫਿਰ ਸਮਾਂ ਹੋ ਗਿਆ, ਦੀਵਾਨ ਸਜਾਓ। ਸਿੱਖ ਕਹਿੰਦੇ ਨੇ ਸਤਿਗੁਰੂ ਲੱਖਾਂ ਦੀ ਗਿਣਤੀ ਦੀ ਫੌਜ ਘੇਰਾ ਪਾਈ ਬੈਠੀ ਹੈ ਅਤੇ ਤੁਸੀਂ ਕਹਿੰਦੇ ਹੋ ਨੇਮ ਨਹੀਂ ਟੁੱਟਣਾ ਚਾਹੀਦਾ। ਅਤੇ ਗੁਰਮੁਖੋ ਜੋਗੀ ਅੱਲਾ ਯਾਰ ਖਾਂ ਜਿਹਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਸਾਡਾ ਇਤਿਹਾਸ, ਮਾਨਮਤਾ ਇਤਿਹਾਸ ਲਿਖਿਆ ਹੈ। ਹਾਲਾਂਕਿ ਲਿਖਣਾ ਉਹਨੂੰ ਬੜਾ ਮਹਿੰਗਾ ਪਿਆ। ਉਹਦੇ ਆਪਣੇ ਧਰਮ ਦੇ ਅਹਿਲਕਾਰਾਂ ਨੇ, ਧਰਮ ਦੇ ਠੇਕੇਦਾਰਾਂ ਨੇ ਉਹਨੂੰ ਧਰਮ 'ਚੋਂ ਛੇਕ ਵੀ ਦਿੱਤਾ, ਪਰ ਉਹ ਕਹਿੰਦਾ ਹੈ ਮੈਂ ਸੱਚ ਲਿਖਾਂਗਾ ਅਤੇ ਮੇਰੀ ਕਲਮ ਸੱਚ ਲਿਖਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰੇਗੀ। ਅਤੇ ਯੋਗੀ ਅੱਲਾ ਯਾਰ ਖਾਂ ਦੇ ਬੋਲ, ਉਹ ਕਹਿੰਦਾ ਥਾ ਸਰ ਪੇ ਵਕਤ ਆ ਗਿਆ ਆਸਾ ਕੀ ਵਾਰ ਕਾ, ਸਾਜੋਂ ਕੇ ਦੀਰੋ ਬਿੰਬ ਕਾ ਚੜਾਵ ਉਤਾਰ ਕਾ, मनसा था कलगीधर के दिलों बेकरार का, कि भजन कर लें उस वक्त कीर्तगार का, जप जी का जाप उस वक्त पढ़ना जरूर था, पढ़ के गुरु ग्रंथ को भरना सरूर था। वेखो कमाल दे बचन ते कमाल दा साडा इतिहास। धन गुरु गोबिंद सिंह दाता जी सिखां नूं कहते ने ये जिहड़ा समा है ये आसा की वार दा समा है। ते गुरमुखो सरसा नदी के किनारे ते इत्थे गुरु का परिवार उस वेले सारा इकट्ठा है। साहिबजादे इत्थे कोल ने, माता गुजरी जी, माता सुंदरी जी, गुरु साहिबान, ते इत्थे आसा की वार दा कीर्तन किया गया। ते धन गुरु गोबिंद सिंह दाता जी ने मेरे कहण तो भाव कि जंगा युद्धां दे समय विच नेम भी नहीं छड्डिया ते प्रेम भी नहीं छड्डिया। ते माफ़ करना अज दा सिख जिहड़ा है वो ना तो नेम दे नाल गुरु दे दर ते आउंदा है, ते मैनूं माफ़ करिओ ना प्रेम नाल गुरु दे दर ते आउंदा है। साडे अंदर दी भावना बन जाए कि दाता ये जीवन बड़ा बेशुमार कीमती है। जाने अनजाने विच मनुख अपनी जिंदगी विच बहुतियां गलतियां करदा है, पर सतगुर किरपा करो असी नेम अते प्रेम दुआ नूं धारण करिए, तुहाडे दर ते बड़ी भावना नाल आइए। जिथे कि नितनेम दीयां बाणीआं सिख दा परसनल नितनेम है, उत्थे संगती रूप विच नितनेम साडा आसा की वार दा पावन कीर्तन है, जिहड़े भाई साहब जी दरबार साहब दे हजूरी रागी इत्थे हाज़री भर के गए ने, बड़ी भावना दे नाल कीर्तन कर रहे सी। अज दा ये पावन शब्द शहीदां दे सरताज धन गुरु अर्जन देव महाराज जी की पावन पवित्र रसना तो उचारण किया होया 12 माह बाणी दे विच ये 9वीं पौड़ी है। कुल 12 माह बाणी दे विच कुल 14 पौड़ियां ने। 12 माह बाणी धन गुरु ग्रंथ साहिब महाराज विच 2 बार दर्ज है। एक तुखारी राग विच धन गुरु नानक पातशाह महाराज की उचारण की हुई। माझ राग दे विच
ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤੀ ਹੈ। ਹਰ ਇੱਕ ਮਹੀਨੇ ਦੇ ਵਿੱਚ ਸਤਿਗੁਰੂ ਕਹਿੰਦੇ ਨੇ ਰੁੱਤ ਬਦਲਦੀ ਹੈ, ਸਮਾਂ ਬਦਲਦਾ ਹੈ, ਪਰ ਸਿੱਖਾ ਤੇਰਾ ਨੇਮ ਨਾ ਬਦਲੇ। ਤੂੰ ਗੁਰੂ ਨਾਲ ਜੁੜਿਆ ਰਹੇ, ਕਿਉਂਕਿ ਇਹਨਾਂ ਮਹੀਨਿਆਂ ਦੇ ਸ਼ਬਦਾਂ ਰਾਹੀਂ ਸਤਿਗੁਰੂ ਜੀ ਨੇ ਸਾਨੂੰ ਉਸ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੇ ਨਾਮ ਨਾਲ ਜੋੜਿਆ ਹੈ। ਅਤੇ ਖਾਸ ਤੌਰ 'ਤੇ ਜਿਹੜਾ ਅੱਜ ਦਾ ਇਹ ਪਾਵਨ ਸ਼ਬਦ ਹੈ ਨਾ, ਧੰਨ ਗੁਰੂ ਅਰਜਨ ਦੇਵ ਮਹਾਰਾਜ ਇਸ ਸ਼ਬਦ ਦੇ ਵਿੱਚ ਮਨੁੱਖ ਦੇ ਕਰਮਾਂ ਦਾ ਜ਼ਿਕਰ ਕਰਦੇ ਨੇ ਕਿ ਮਨੁੱਖ ਕਰਮ ਕਿਹੋ ਜਿਹੇ ਕਰਦਾ ਏ, ਅਤੇ ਸੱਚ ਜਾਣਿਓ ਜਿਹੋ ਜਿਹੇ ਕਰਮ ਕਰਦਾ ਏ ਸੁਭਾਵਿਕ ਜੀ ਗੱਲ ਹੈ, ਇਹਨੂੰ ਉਸ ਦੇ ਮੁਤਾਬਕ ਉਹੋ ਜਿਹਾ ਫਲ ਜ਼ਰੂਰ ਮਿਲਦਾ ਹੈ। ਧੰਨ ਗੁਰੂ ਅਰਜਨ ਦੇਵ ਦਾਤਾ ਜੀ ਕਿਰਪਾ ਕਰਦੇ ਨੇ ਕਿ ਕਦ ਤੱਕ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਸੁਭਾਵਿਕ ਜੀ ਗੱਲ ਹੈ, ਮਨੁੱਖ ਜਿਹੋ ਜਿਹੇ ਕਰਮ ਕਰੇਗਾ ਉਹਨੂੰ ਉਹਦੇ ਮੁਤਾਬਕ ਉਹੋ ਜਿਹਾ ਫਲ ਮਿਲੇਗਾ। ਦੱਦਾ ਦੋਸ਼ ਨਾ ਦਿਉ ਕਿਸੇ ਦੋਸ਼ ਕਰਮਾਂ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਈ ਵਾਰ ਮਨੁੱਖ ਦੀ ਗਲਤੀ ਆਪਣੀ ਹੈ, ਦੋਸ਼ ਦੂਜਿਆਂ 'ਤੇ ਮੜ ਦਿੰਦਾ ਹੈ, ਪਰ ਸਤਿਗੁਰ ਕੀ ਬਾਣੀ ਬਾਰ-ਬਾਰ ਇਹਨੂੰ ਸਮਝਾ ਰਹੀ ਹੈ ਕਿ ਭਲਿਆ ਜੋ ਤੂੰ ਕੀਤਾ ਨਾ, ਅਸਲ ਵਿੱਚ ਜੋ ਤੂੰ ਬੀਜਿਆ ਵੱਢਣਾ ਤੈਨੂੰ ਉਹ ਪਏਗਾ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਦੜਾ ਖੇਤ, ਤੇ ਸਰੀਰ ਰੂਪੀ ਖੇਤੀ ਵਿੱਚ ਜਿਹੋ ਜੀ ਫਸਲ ਬੀਜੇਗਾ ਉਹੀ ਤੈਨੂੰ ਵੱਢਣੀ ਪਏਗੀ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਸਤਿਗੁਰ ਨੇ ਬਿਆਨ ਕੀਤਾ ਹੈ ਕਿ ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਨਾਮ ਧਿਆਇਆ ਮਾਲਕ ਦੇ ਦਰਬਾਰ ਵਿੱਚ ਉਹਨਾਂ ਦੇ ਮੁਖ ਉਜਲੇ ਨੇ, ਮਾਲਕ ਦੇ ਦਰਬਾਰ ਦੇ ਵਿੱਚ ਉਹਨਾਂ ਨੂੰ ਮਾਣ ਅਤੇ ਸਤਿਕਾਰ ਹੈ। ਅਤੇ ਸਤਿਗੁਰ ਨੇ ਇਹ ਵੀ ਬਿਆਨ ਕੀਤਾ ਹੈ ਕਿ ਅਸਲ ਵਿੱਚ ਜੇ ਕੋਈ ਮਾੜਾ ਕਰਮ ਕਰਦਾ ਹੈ ਅਤੇ ਉਹਨੂੰ ਵੀ ਉਹਦਾ ਫਲ ਮਿਲਦਾ ਹੈ। ਇਸ ਕਰਕੇ ਆਪਣੇ ਤੂੰ ਅੰਦਰ ਝਾਤ ਮਾਰ ਕੇ ਵੇਖ। ਫਰੀਦਾ ਚਾਰ ਗਵਾਇਆ ਹੰਡ ਕਹਿ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋ ਕਿਹੜੇ ਕੰਮ। ਕਹਿੰਦੇ ਨੇ ਆਖਿਰਕਾਰ ਦਿਨ ਦੇ ਚਾਰ ਪੈਰ ਤੂੰ ਹੰਡ ਕੇ ਕੰਮਾਂ ਧੰਦਿਆਂ ਵਿੱਚ ਗੁਜ਼ਰਾਨ ਕਰ ਲੈ, ਰਾਤ ਸੌਂ ਕੇ ਬਤੀਤ ਕਰ ਦਿੱਤੀ, ਅਤੇ ਮਾਲਕ ਦੇ ਦਰਬਾਰ ਵਿੱਚ ਆਖਿਰਕਾਰ ਤੈਨੂੰ ਲੇਖਾ ਦੇਣਾ ਪੈਣਾ। ਜਿਹੜੇ ਕਾਰਜ ਵਾਸਤੇ ਤੂੰ ਸੰਸਾਰ 'ਤੇ ਆਇਆ ਹੈ ਅਸਲ ਵਿੱਚ ਉਹ ਕਾਰਜ ਤੇ ਤੇਰਾ ਅਧੂਰਾ ਹੈ, ਉਹ ਕਾਰਜ ਤੂੰ ਕੀਤਾ ਹੀ ਨਹੀਂ। ਸਤਿਗੁਰ ਨੇ ਰੱਬੀ ਬਾਣੀ ਵਿੱਚ ਬਾਰ-ਬਾਰ ਕਰਮਾਂ ਦਾ ਜ਼ਿਕਰ ਕੀਤਾ ਹੈ। ਹੁਣ ਇੱਕ ਮਨੁੱਖ ਹੈ, ਉਹ ਉਦਮ ਨਹੀਂ ਕਰਦਾ, ਅੰਮ੍ਰਿਤ ਵੇਲੇ ਦੀ ਸੰਭਾਲ ਨਹੀਂ ਕਰਦਾ, ਘਰ ਦੇ ਕੰਮਾਂ ਪ੍ਰਤੀ ਵੀ ਸੁਚੇਤ ਨਹੀਂ ਹੈ ਅਤੇ ਧਰਮ ਪ੍ਰਤੀ ਵੀ ਸੁਚੇਤ ਨਹੀਂ ਹੈ। ਉਹ ਇਨਸਾਨ ਜ਼ਿੰਦਗੀ ਵਿੱਚ ਤਰੱਕੀ ਨਹੀਂ ਕਰ ਸਕਦਾ, ਉੱਨਤੀ ਨਹੀਂ ਕਰ ਸਕਦਾ। ਦਾਤਾ ਜੀ ਨੇ ਰੱਬੀ ਬਾਣੀ ਵਿੱਚ ਬਿਆਨ ਕੀਤਾ, ਸਭ ਤੋਂ ਪਹਿਲਾਂ ਤੂੰ ਉਦਮ ਕਰਨਾ। ਉਦਮ ਕਰੇਂਦਿਆਂ ਜੀਓ ਤੂੰ ਕਮਾਵਦਿਆਂ ਸੁੱਖ ਪੁੰਚ, ਧਿਆਏਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉਦਮ ਕਰਨਾ ਤੇਰਾ ਫਰਜ਼ ਹੈ, ਫਲ ਲਾਉਣਾ ਉਸ ਦਾਤੇ ਦੀ ਰਹਿਮਤ ਹੈ, ਬਖਸ਼ਿਸ਼ ਹੈ। ਉਦਮ ਕਰੇਗਾ ਤੇ ਫਲ ਲੱਗੇਗਾ, ਜੇ ਤੂੰ ਉਦਮ ਹੀ ਨਹੀਂ ਕੀਤਾ ਤੇ ਸੱਚ ਜਾਣਿਓ ਫਲ ਕਿਵੇਂ ਲੱਗੇਗਾ। ਜੇ ਤੂੰ ਬੀਜ ਹੀ ਨਹੀਂ ਬੀਜਿਆ, ਪੈਲੀ ਨੂੰ ਵਾਹਿਆ ਜ਼ਰੂਰ, ਵਿੱਚ ਛੱਟਾ ਹੀ ਨਹੀਂ ਮਾਰਿਆ, ਬੀਜ ਨਹੀਂ ਬੀਜਿਆ, ਆਂਢੀਆਂ ਗਵਾਂਢੀਆਂ ਦੀ ਫਸਲ ਵੇਖਣਾ ਪਿਆ ਏ, ਅਤੇ ਆਖਿਰਕਾਰ ਤੂੰ ਵੀ ਉੱਥੇ ਚਲਾ ਗਿਆ ਆਪਣੀ ਫਸਲ 'ਤੇ, ਆਪਣੇ ਖੇਤਾਂ ਵਿੱਚ। ਹੁਣ ਦੂਜਿਆਂ ਨੇ ਤੇ ਆਪਣੀ ਫਸਲ ਵੱਢ ਲਈ ਅਤੇ ਤੂੰ ਉੱਥੇ ਖੜਾ ਉਡੀਕਣਾ ਪਿਆ। ਅਤੇ ਕੋਈ ਸਿਆਣਾ ਪੁਰਸ਼, ਦਾਨਸ਼ਵੰਦ ਪੁਰਸ਼ ਆਇਆ ਅਤੇ ਉਹ ਕਹਿੰਦਾ ਕੀ ਉਡੀਕਣਾ ਪਿਆ? ਕਹਿੰਦਾ ਮੈਂ ਆਪਣੀ ਫਸਲ ਜਿਹੜੀ ਹੈ ਵੱਢਣੀ ਹੈ। ਉਹ ਕਹਿੰਦੇ ਨੇ ਫਸਲ ਤੇ ਤਾਂ ਵੱਢੇਗਾ ਨਾ ਜੇ ਬੀਜੇਗਾ, ਤੇ ਹੁਣ ਤੂੰ ਬੀਜਿਓ ਹੀ ਨਹੀਂ। ਅਸਲ ਵਿੱਚ ਮਨੁੱਖ ਦੀ ਆਦਤ ਹੈ ਸ਼ੁਭ ਕਰਮ ਕਰਦਾ ਨਹੀਂ, ਪਰ ਅਸਲ ਵਿੱਚ ਸੁਭਾਅ ਬਣ ਗਿਆ ਕਿ ਮੈਨੂੰ ਇਹਦਾ ਉੱਤਮ ਜਿਹੜਾ ਫਲ ਹੈ ਉਹ ਮਿਲ ਜਾਏ। ਬਾਬਾ ਫਰੀਦ ਜੀ ਨੇ ਬੜੀ ਸੋਹਣੀ ਉਦਾਹਰਨ ਦਿੱਤੀ ਹੈ। ਕਹਿੰਦੇ ਨੇ ਇਸ ਜੱਟ ਜ਼ਿਮੀਂਦਾਰ ਨੇ ਨਾ ਕਿੱਕਰ ਬੀਜ ਦਿੱਤਾ,
ਹੁਣ ਸੁਭਾਵਿਕ ਜੀ ਗੱਲ ਹੈ, ਪਹਿਲਾਂ ਸਮਿਆਂ ਵਿੱਚ ਕਿੱਕਰ ਆਮ ਕਰਕੇ ਬੀਜਣਾ ਵੀ ਨਹੀਂ ਸੀ ਪੈਂਦਾ, ਫਲੀਆਂ ਡਿੱਗਣੀਆਂ ਤੇ ਕਿੱਕਰ ਆਪਣੇ ਆਪ ਹੀ ਉੱਗ ਪੈਣੇ। ਪਰ ਕਹਿੰਦੇ ਨੇ ਮੰਨ ਲਓ ਇਹਨੇ ਕਿੱਕਰ ਬੀਜ ਦਿੱਤਾ, ਹੁਣ ਜੇ ਕਿੱਕਰ ਬੀਜਿਆ ਹੈ ਤੇ ਇਹਨੂੰ ਕਿੱਕਰ ਨੂੰ ਤੇ ਕੰਡੇ ਹੀ ਲੱਗਣਗੇ, ਤੇ ਭਾਲ ਕੀ ਕਰਦਾ ਹੈ, ਚਾਹਨਾ ਕੀ ਰੱਖਦਾ ਹੈ ਕਿ ਬਿਜੋੜ ਦੇਸ਼ ਦੀਆਂ ਜਿਹੜੀਆਂ ਦਾਖਾਂ ਨੇ ਉਹ ਮੈਨੂੰ ਮਿਲ ਜਾਣ। ਉਹ ਕਿਵੇਂ ਮਿਲਣਗੀਆਂ? ਫਰੀਦਾ ਲੋੜੈ ਦਾਖ ਬਿਜੁਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨ ਕਤਾਏਂ ਦਾ ਪੈਦਾ ਲੋੜੈ ਪੱਟ। ਹੁਣ ਸੱਚ ਜਾਣੀ, ਜੇ ਤੂੰ ਕਿੱਕਰ ਬੀਜਿਆ ਹੈ ਤੇ ਫਿਰ ਕਿੱਕਰ ਨੂੰ ਤੇ ਕੰਡੇ ਹੀ ਲੱਗਣਗੇ। ਇਸ ਕਰਕੇ ਕਰਮ ਕਰਨ ਤੋਂ ਪਹਿਲਾਂ ਤੂੰ ਸੁਚੇਤ ਹੋ ਜਾ ਕਿ ਤੂੰ ਕਿਹੜਾ ਕਰਮ ਕਰਨਾ ਪਿਆ ਹੈ। ਜੇ ਸੱਚ ਜਾਣੀ ਇਹ ਮਾੜਾ ਕਰਮ ਕਰਨਾ ਪਿਆ ਹੈ, ਕਿੱਕਰ ਬੀਜਣ ਤੋਂ ਭਾਵ ਹੈ ਜ਼ਿੰਦਗੀ ਦੇ ਵਿੱਚ ਮਾੜੇ ਕਰਮ ਦਾ ਬੀਜ ਬੀਜਣਾ। ਰੋਜ਼ਮਰਾ ਦੀ ਜ਼ਿੰਦਗੀ ਵਿੱਚ ਅਸੀਂ ਪਤਾ ਨਹੀਂ ਕਿੰਨੇ ਕੁ ਮਾੜੇ ਕਰਮਾਂ ਦੇ ਬੀਜ ਬੀਜਨੇ ਆ, ਤੇ ਜਿਸ ਵੇਲੇ ਕੰਡੇ ਚੁੱਭਦੇ ਨੇ, ਜਿਸ ਵੇਲੇ ਫਲ ਮਿਲਦਾ ਹੈ ਤੇ ਫਿਰ ਪਛਤਾਉਂਦੇ ਆ। ਤੇ ਭਾਲ ਕੀ ਕਰਦਾ ਬਾਬਾ ਫਰੀਦ ਜੀ ਕਹਿੰਦੇ ਨੇ ਕਿ ਮੈਨੂੰ ਬਿਜੋੜ ਦੇਸ਼ ਦੀਆਂ ਦਾਖਾਂ ਮਿਲ ਜਾਣ। ਇਹ ਕਦੇ ਵੀ ਸੰਭਵ ਨਹੀਂ। ਜੇ ਤੂੰ ਆਪਣੇ ਹੱਥੀਂ ਕਿੱਕਰ ਬੀਜਿਆ ਹੈ ਤੇ ਸੱਚ ਜਾਣੀ ਕੰਡੇ ਤੈਨੂੰ ਹੀ ਚੁੱਭਣਗੇ। ਇਸ ਕਰਕੇ ਸਤਿਗੁਰ ਨੇ ਬਿਆਨ ਕੀਤਾ ਹੈ, ਕਤਕ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ। ਭਲਿਆ ਕਿਸੇ ਨੂੰ ਦੋਸ਼ ਦੇਣ ਦੀ ਲੋੜ ਨਹੀਂ, ਜੋ ਤੂੰ ਕੀਤਾ ਹੈ ਉਹਦੇ ਮੁਤਾਬਕ ਤੈਨੂੰ ਫਲ ਮਿਲੇਗਾ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਜਿਹੜਾ ਇਨਸਾਨ ਪਰਿਪੂਰਨ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਨਾ, ਉਹਦੀ ਜ਼ਿੰਦਗੀ ਵਿੱਚ, ਰੋਜ਼ਮਰਾ ਦੀ ਜ਼ਿੰਦਗੀ ਵਿੱਚ ਰੋਗ ਵਿਆਪਦੇ ਨੇ। ਹੁਣ ਜ਼ਰੂਰੀ ਨਹੀਂ ਹੈ ਕਿ ਮਨੁੱਖ ਦੀ ਜ਼ਿੰਦਗੀ ਵਿੱਚ ਮਨੁੱਖ ਤਨ ਕਰਕੇ ਰੋਗੀ ਹੋਵੇ। ਸਾਨੂੰ ਇੰਝ ਪ੍ਰਤੀਤ ਹੁੰਦਾ ਸਾਨੂੰ ਕੋਈ ਰੋਗ ਹੀ ਨਹੀਂ ਹੈ। ਗੁਰੂ ਕੀ ਬਾਣੀ ਨੇ ਜਿੱਥੇ ਤਨ ਦੇ ਰੋਗਾਂ ਦਾ ਜ਼ਿਕਰ ਕੀਤਾ, ਉੱਥੇ ਮਨ ਦੇ ਰੋਗਾਂ ਦਾ ਵੀ ਜ਼ਿਕਰ ਕੀਤਾ ਹੈ। ਬਹੁਤੇ ਅਜਿਹੇ ਰੋਗ ਨੇ ਜਿਹੜੇ ਸਾਡੇ ਮਨ ਨੂੰ ਲੱਗੇ ਹੋਏ ਨੇ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸ਼ਾ। ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੋਈ ਹੈ, ਬਿਲਕੁਲ ਕਾਲਾ ਹੋਇਆ ਪਿਆ। ਤੇ ਸਤਿਗੁਰੂ ਤੇ ਇੱਥੋਂ ਤੱਕ ਕਹਿੰਦੇ ਨੇ, ਸੰਸਾਰ ਰੋਗੀ ਨਾਮ ਦਾਰੂ, ਮੈਲ ਲਾਗੈ ਸੱਚ ਬਿਨਾ। ਇਹ ਸਾਰਾ ਸੰਸਾਰ ਰੋਗੀਆਂ ਦਾ ਹੈ, ਇਹਦੇ ਵਿੱਚ ਰੋਗੀਆਂ ਦੀ ਭਰਮਾਰ ਹੈ। ਬਹੁਤੇ ਅਜਿਹੇ ਨੇ ਜਿਨ੍ਹਾਂ ਨੂੰ ਮਨ ਦੇ ਰੋਗ ਲੱਗੇ ਹੋਏ ਨੇ, ਕਿਉਂਕਿ ਪਰਿਪੂਰਨ ਪਰਮਾਤਮਾ ਨੂੰ ਭੁੱਲੇ ਹੋਏ ਨੇ। ਜਿਸ ਗੁਰੂ ਦੇ ਦਰਬਾਰ ਵਿੱਚ ਤੁਸੀਂ ਸੱਜੇ ਹੋਏ ਹੋ, ਧੰਨ ਗੁਰੂ ਗੋਬਿੰਦ ਸਿੰਘ ਦਾਤਾ ਜੀ, ਇਹਨਾਂ ਦਾ ਇੱਕ ਬੜਾ ਪਿਆਰਾ ਸਿੱਖ ਹੈ, ਭਾਈ ਨੰਦ ਲਾਲ। ਆਲਮ ਫਾਜ਼ਲ ਵਿਦਵਾਨ ਹੈ, ਬੜੀ ਭਾਵਨਾ, ਬੜੀ ਸ਼ਰਧਾ ਰੱਖਦਾ ਹੈ। ਗੁਰੂ ਪ੍ਰਤੀ ਇੰਨੀ ਭਾਵਨਾ ਹੈ ਕਿ ਇੱਕ ਵਾਰ ਤੇ ਇੱਥੋਂ ਤੱਕ ਕਹਿੰਦਾ ਹੈ ਕਿ ਹੇ ਧੰਨ ਗੁਰੂ ਗੋਬਿੰਦ ਸਿੰਘ ਦਾਤਾ, ਮੈਂ ਜਦੋਂ ਸੰਸਾਰ ਤੋਂ ਜਾਵਾਂ, ਮੈਂ ਸੰਸਾਰ ਤੋਂ ਕੂਚ ਕਰਾਂ, ਤੇ ਉਸ ਵੇਲੇ ਜਦੋਂ ਮੇਰਾ ਦਾਹ ਸੰਸਕਾਰ ਕੀਤਾ ਜਾਏ ਤੇ ਦਾਤਾ ਹਵਾ ਬੰਦ ਹੋ ਜਾਏ। ਸਤਿਗੁਰੂ ਕਹਿੰਦੇ, ਨੰਦ ਲਾਲ ਕਿਵੇਂ ਦੀ ਗੱਲ ਕਰਨਾ ਹੈ, ਹਵਾ ਬੰਦ ਹੋ ਗਈ ਤੇ ਜ਼ਿੰਦਗੀ ਸੰਭਵ ਨਹੀਂ। ਤੇ ਨੰਦ ਲਾਲ ਕਹਿੰਦਾ, ਦਾਤਾ ਜੀ ਮੈਂ ਜਿਉਂਦੇ ਜੀ ਤੁਹਾਡੇ ਦਰ ਤੇ ਰਿਹਾ ਵਾਂ, ਮੈਂ ਨਹੀਂ ਚਾਹੁੰਦਾ ਕਿ ਹਵਾ ਆਏ ਤੇ ਮੇਰੀ ਰਾਖ ਵੀ ਉੱਡ ਕੇ ਬਗਾਨਿਆਂ ਦੇ ਦਰ ਤੇ ਜਾਏ। ਭਾਵ ਕਿ ਵੇਖੋ ਇੰਨੀ ਭਾਵਨਾ, ਇੰਨੀ ਸ਼ਰਧਾ। ਤੇ ਦਾਤਾ ਜੀ ਨੇ ਇੱਕ ਵਾਰ ਸਵਾਲ ਕੀਤਾ, ਨੰਦ ਲਾਲ ਤੂੰ ਇਹ ਦੱਸਣਾ ਕਰ ਕਿ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਕੀ ਹੈ। ਨੰਦ ਲਾਲ ਸੋਚੀ ਪਿਆ ਤੇ ਨੰਦ ਲਾਲ ਨੇ ਗਜ਼ਲ ਦੇ ਵਿੱਚ ਬਿਆਨ ਕੀਤਾ, ਗਮ ਚੇ ਬਾਸ਼ਦ ਗਾਫਲ ਅਜ ਯਾਦੇ ਖੁਦਾ। ਕਿ ਹੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਤੁਹਾਡੀ ਯਾਦ, ਉਸ ਅਕਾਲ ਪੁਰਖ ਪਰਮਾਤਮਾ ਦੀ ਯਾਦ ਭੁੱਲ ਜਾਏ ਤੇ ਮਨੁੱਖ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਗਮ ਹੈ, ਸਭ ਤੋਂ ਵੱਡਾ ਦੁੱਖ ਹੈ ਜਦੋਂ ਦਾਤੇ ਦੀ ਯਾਦ ਭੁੱਲ ਜਾਏ। ਕਿਉਂਕਿ ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਬਿਆਪੈ, ਜਾਕੋ ਓਟ ਤੁਹਾਰੀ। ਤੇ ਦਾਤਾ ਜੀ ਨੇ ਸਵਾਲ ਕੀਤਾ, ਨੰਦ ਲਾਲ ਇਹ ਦੱਸਣਾ ਕਰ ਕਿ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਕਿੱਥੇ ਹੈ। ਵੇਖੋ ਅਸੀਂ ਸੰਸਾਰਿਕ ਲੋਕ ਆ, ਸਾਡੀ ਅੱਖ ਜਿਹੜੀ ਹੈ ਸੰਸਾਰ ਵੱਲ ਵੇਖਦੀ ਹੈ ਕਿ ਫਲਾਣਾ ਬੜਾ ਸੁਖੀ ਹੈ, ਉਹਦੇ ਕੋਲ ਮਹੱਲ ਬੜਾ ਉੱਚਾ ਹੈ, ਉਹਦੀ ਗੱਡੀ ਬੜੀ ਵੱਡੀ ਹੈ, ਉਹਦਾ ਬੈਂਕ ਬੈਲੈਂਸ ਬਹੁਤ ਜ਼ਿਆਦਾ ਹੈ। ਤੇ ਜਿਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਦਾਤਾ ਜੀ ਨੇ ਨੰਦ ਲਾਲ ਨੂੰ ਸਵਾਲ ਕੀਤਾ ਨਾ, ਨੰਦ ਲਾਲ
ਤੂੰ ਇਹ ਦੱਸਣਾ ਕਰ ਕਿ ਦੁਨੀਆ ਵਿੱਚ ਸਭ ਤੋਂ ਵੱਡਾ ਖੁਸ਼ੀ ਖੇੜਾ ਕਿਹੜਾ ਹੈ, ਸਭ ਤੋਂ ਆਨੰਦ ਕਿੱਥੇ ਹੈ। ਤੇ ਨੰਦ ਲਾਲ ਪਤਾ ਕੀ ਕਹਿੰਦਾ ਹੈ, ਕਹਿੰਦਾ ਚੀਨਤ ਸ਼ਾਦੀ ਅੱਜ ਯਾਦੇ ਬੇਮੁੱਲ ਤਾਹਾ। ਕਹਿੰਦੇ ਨੇ ਦਾਤਾ ਜੀ ਜਿਹੜੀ ਤੁਹਾਡੀ ਯਾਦ ਵਿੱਚ ਰਹੇ, ਜਿਹੜਾ ਅਕਾਲ ਪੁਰਖ ਪਰਮਾਤਮਾ ਨੂੰ ਚੇਤੇ ਰੱਖੇ, ਜਿੰਦੀ ਜ਼ਿੰਦਗੀ ਵਿੱਚ ਨਿਰੰਕਾਰ ਪਰਮਾਤਮਾ ਹਰ ਸਮੇਂ ਚੇਤੇ ਰਵੇ, ਮਾਲਕ ਨੂੰ ਕਦੇ ਵੀ ਭੁੱਲੇ ਨਾ, ਉਹਦੀ ਜ਼ਿੰਦਗੀ ਵਿੱਚ ਹਰ ਸਮੇਂ ਖੁਸ਼ੀ ਹੈ ਤੇ ਖੇੜਾ ਹੈ। ਹੁਣ ਆਪਣੇ ਅੰਦਰ ਝਾਤ ਮਾਰੀਏ ਕਿ ਅਸੀਂ ਕਿੰਨਾ ਕੁ ਚੇਤੇ ਕਰਨੇ ਆ। ਸਤਿਗੁਰ ਕੀ ਬਾਣੀ ਤੇ ਸਾਨੂੰ ਬਾਰ-ਬਾਰ ਚੇਤੇ ਕਰਾ ਰਹੀ ਹੈ ਨਾ। ਵੇਖੋ ਚੇਤੇ ਉਹਨੂੰ ਕਰਾਇਆ ਜਾਂਦਾ ਜਿਹੜਾ ਭੁੱਲਦਾ ਹੈ। ਗੁਰੂ ਕੀ ਬਾਣੀ ਵਿੱਚ ਸਤਿਗੁਰ ਜੀ ਨੇ ਨਾਮ ਨੂੰ ਚੇਤੇ ਕਰਾਇਆ ਹੈ, ਪਰਮਾਤਮਾ ਨੂੰ ਚੇਤੇ ਕਰਾਇਆ ਹੈ, ਸਾਧ ਸੰਗਤ ਨੂੰ ਚੇਤੇ ਕਰਾਇਆ। ਕਿਉਂਕਿ ਅੱਜ ਦੇ ਪਾਵਨ ਸ਼ਬਦ ਵਿੱਚ ਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਅੰਤ ਵਿੱਚ ਕਿਰਪਾ ਇਹ ਵੀ ਕਰਦੇ ਹਨ ਕਿ ਕਦ ਤੱਕ ਹੋਵੈ ਸਾਧ ਸੰਗ ਬਿਨ ਸੇ ਸਭੇ ਸੋਚ। ਦੋ ਤਰ੍ਹਾਂ ਦੇ ਇੱਕ ਸਵਾਲ ਕੀਤਾ ਸਤਿਗੁਰ ਜੀ ਨੇ ਕਿ ਮਨੁੱਖ ਦੀ ਜ਼ਿੰਦਗੀ ਵਿੱਚ ਚਿੰਤਾ ਹੈ, ਝੋਰੇ ਹਨ। ਤੇ ਸਤਿਗੁਰ ਜੀ ਨੇ ਇਸ ਸਵਾਲ ਦਾ ਫਿਰ ਅਖੀਰ ਵਿੱਚ ਜਵਾਬ ਵੀ ਦਿੱਤਾ ਹੈ ਕਿ ਇਹਦੀ ਜ਼ਿੰਦਗੀ ਵਿੱਚ ਜੇ ਝੋਰੇ ਨੇ, ਦੁਖੀ ਹੈ, ਚਿੰਤਾਵਾਂ ਨੇ, ਤੇ ਉਹ ਦੂਰ ਕਿਵੇਂ ਹੋਣਗੀਆਂ। ਤੇ ਸਤਿਗੁਰ ਕਹਿੰਦੇ ਨੇ ਕਦ ਤੱਕ ਹੋਵੈ ਸਾਧ ਸੰਗ ਬਿਨ ਸਹਿ ਸਭੇ ਸੋਚ। ਤੇਰੀ ਜ਼ਿੰਦਗੀ ਵਿੱਚ ਸਾਰੇ ਚਿੰਤਾ ਝੋਰੇ ਖਤਮ ਹੋ ਜਾਣਗੇ ਜੇ ਤੂੰ ਸਤ ਸੰਗਤ ਕਰੇਂਗਾ, ਭਾਵਨਾ ਦੇ ਨਾਲ ਗੁਰੂ ਦੇ ਦਰ ਤੇ ਆਏਂਗਾ। ਤੇ ਸੱਚ ਜਾਣਿਓ ਨੰਦ ਲਾਲ ਦਾ ਜਵਾਬ ਕਹਿੰਦਾ ਹੈ, ਹੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜਿਹੜਾ ਇਨਸਾਨ ਹਰ ਸਮੇਂ ਤੁਹਾਨੂੰ ਚੇਤੇ ਰੱਖਦਾ ਹੈ, ਹਰ ਸਮੇਂ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ, ਉਹਦੀ ਜ਼ਿੰਦਗੀ ਵਿੱਚ ਹਰ ਸਮੇਂ ਖੇੜਾ ਰਹਿੰਦਾ ਹੈ। ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ਼। ਭਗਤਾਂ ਦੇ ਹਿਰਦੇ ਵਿੱਚ ਸਦਾ ਵਾਸਤੇ ਖੇੜਾ ਬਣਿਆ ਰਹਿੰਦਾ ਹੈ। ਇਸ ਕਰਕੇ ਸਤਿਗੁਰ ਨੇ ਅੱਜ ਬਿਆਨ ਕੀਤਾ ਹੈ ਕਿ ਮਨੁੱਖ ਜਿਹੋ ਜਿਹੇ ਕਰਮ ਕਰਦਾ ਹੈ ਉਹਨੂੰ ਉਹਦੇ ਮੁਤਾਬਕ ਫਲ ਮਿਲਦਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਇੱਕ ਸ਼ਲੋਕ ਹੈ ਰਾਮਕਲੀ ਕੀ ਵਾਰ ਦੇ ਵਿੱਚ 953 ਅੰਗ ਦੇ ਉੱਤੇ, ਜਿਸ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਬਿਆਨ ਕੀਤਾ ਹੈ, ਸਹੰਸਰ ਦਾਨ ਦੇ ਇੰਦਰ ਵਾਇਆ, ਪਰਸ ਰਾਮ ਰੋਵੈ ਕਰ ਆਇਆ, ਜੈਸ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ, ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਬੜਿਆਂ ਦਾ ਜ਼ਿਕਰ ਕੀਤਾ, ਬੜਿਆਂ ਬਾਰੇ ਬਿਆਨ ਕੀਤਾ ਕਿ ਫਲਾਣਾ ਵੀ ਰੋ ਰਿਹਾ ਹੈ, ਫਲਾਣਾ ਵੀ ਦੁਖੀ ਹੈ। ਇੱਥੋਂ ਤੱਕ ਸਤਿਗੁਰ ਨੇ ਗੱਲ ਸਿਰੇ ਲਾ ਦਿੱਤੀ ਕਿ ਬਾਲੀ ਰੋਵੈ ਨਾਹੇ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਦੁਖੀ ਹੈ। ਮੰਨੇ ਨਾਉ ਸੋਈ ਜਿਨ ਜਾਏ, ਔਰੀ ਕਰਮ ਨਾ ਲੇਖੇ ਲਾਏ। ਇਸ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ, ਰਾਜੇ ਅਜੇ ਦਾ ਜ਼ਿਕਰ ਕੀਤਾ ਹੈ। ਰਾਜਾ ਅਜੇ ਜਿੰਦੇ ਬਾਰੇ ਇੱਕ ਮਨੋਤ ਹੈ ਕਿ ਬੜਾ ਵੱਡਾ ਦਾਨੀ ਹੈ, ਬਹੁਤ ਜ਼ਿਆਦਾ ਦਾਨ ਪੁੰਨ ਕਰਦਾ ਹੈ ਤੇ ਪ੍ਰਜਾ ਵੀ ਬੜਾ ਅਦਬ ਕਰਦੀ ਹੈ, ਸਤਿਕਾਰ ਕਰਦੀ ਹੈ। ਤੇ ਆਖਿਰਕਾਰ ਉਹਨੂੰ ਦਾਨ ਪੁੰਨ ਕਰਨ ਦੇ ਨਾਲ ਨਾਲ ਨਾ ਆਪਣੇ ਦਾਨ ਪੁੰਨ ਦਾ ਹੀ ਹੰਕਾਰ ਹੋ ਗਿਆ। ਕਈ ਵਾਰ ਮਨੁੱਖ ਨਾ ਸ਼ੁਭ ਕਰਮ ਕਰਦਾ ਹੈ, ਧਰਮ ਦੇ ਕਰਮ ਕਰਦਾ ਹੈ, ਇਹਨੂੰ ਇੰਝ ਪ੍ਰਤੀਤ ਹੁੰਦਾ ਹੈ ਕਿ ਮੇਰੇ ਵਰਗਾ ਧਰਮੀ ਕੋਈ ਨਹੀਂ ਹੈ, ਮੈਂ ਤੇ ਗੁਰੂ ਘਰ ਵੀ ਜਾਣਾ, ਫਲਾਣਾ ਨਹੀਂ ਜਾਂਦਾ, ਮੈਂ ਨਿਤਨੇਮ ਵੀ ਕਰਨਾ, ਮੈਂ ਸੁਖਨੀ ਸਾਹਿਬ ਦਾ ਪਾਠ ਵੀ ਕਰਨਾ ਵਾ। ਮਾਫ ਕਰਨਾ ਧਰਮ ਦੇ ਕਰਮ, ਤੇ ਧਰਮ ਦੇ ਕਰਮ ਕਰਦਿਆਂ ਕਰਦਿਆਂ ਹਉਮੈ ਹੰਗਤਾ ਵਿੱਚ ਆ ਜਾਂਦਾ ਹੈ। ਜਿਹੜਾ ਇਨਸਾਨ ਦਾਨ ਪੁੰਨ ਕਰਕੇ ਚਿਤਾਰ ਦੇਵੇ ਨਾ ਮੇਰੇ ਵਰਗਾ ਦਾਨੀ ਕੋਈ ਨਹੀਂ ਹੈ, ਮੈਂ ਫਲਾਣੇ ਦੀ ਵੀ ਹੈਲਪ ਕੀਤੀ ਸੀ, ਫਲਾਣੇ ਦੀ ਵੀ ਹੈਲਪ ਕੀਤੀ, ਫਲਾਣੇ ਦੀ ਬੱਚੀ ਦਾ ਵਿਆਹ ਮੈਂ ਇੰਨੇ ਪੈਸੇ ਦਿੱਤੇ, ਫਲਾਣੇ ਦੀ ਬਾਂਹ ਮੈਂ ਫੜੀ। ਤੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਸ਼ਲੋਕ ਇੱਕ ਵਾਰ ਜ਼ਰੂਰ ਪੜ੍ਹ ਲੈਣ, ਜਿਸ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਬਿਆਨ ਕਰਦੇ ਨੇ, ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਜਿਹੜਾ ਇਨਸਾਨ ਦਾਨ ਪੁੰਨ ਕਰਕੇ ਇਸ ਗੱਲ ਵਿੱਚ ਹਉਮੈ ਹੰਗਤਾ ਵਿੱਚ ਆ ਜਾਂਦਾ ਹੈ, ਮੇਰੇ ਵਰਗਾ ਦਾਨੀ ਕੋਈ ਨਹੀਂ ਹੈ, ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਨੇ ਉਸ ਇਨਸਾਨ ਦੀ ਹਾਲਤ ਇਸ ਤਰ੍ਹਾਂ ਦੀ ਹੈ ਜਿਵੇਂ ਹਾਥੀ ਨੇ ਇਸ਼ਨਾਨ ਤੇ ਕੀਤਾ ਹੋਵੇ, ਪਰ ਇਸ਼ਨਾਨ ਕਰਨ ਤੋਂ ਬਾਅਦ ਉਹ ਆਪਣੇ ਤਨ ਦੇ ਉੱਤੇ ਖੇਹ ਪਾ ਲੈਂਦਾ ਹੈ। ਇਸ ਕਰਕੇ ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਐ ਮਾਨ, ਅਕਲੀ ਪੜ੍ਹ ਕੇ ਬੁੱਝੀਐ, ਅਕਲੀ ਕੀਚੈ ਦਾਨ।
ਤੇ ਸੱਚ ਜਾਣਿਓ ਸਿਆਣੇ ਪੁਰਸ਼ ਤੇ ਇੱਥੋਂ ਤੱਕ ਕਹਿੰਦੇ ਨੇ ਇਹ ਹੱਥ ਨਾਲ ਕਰ ਤੇ ਇਸ ਹੱਥ ਨੂੰ ਪਤਾ ਵੀ ਨਾ ਲੱਗੇ। ਪਰ ਮੇਰੇ ਵਰਗਾ ਸੱਜਣ ਕਹਿੰਦਾ ਜਿੰਨਾ ਚਿਰ 4 ਵਾਰੀ ਮਾਇਕ ਵਿੱਚ ਨਾਮ ਨਾ ਬੋਲੇ ਉਹਨਾਂ ਚਿਰ ਸਬਰ ਨਹੀਂ ਹੈ, ਸੰਤੋਖ ਨਹੀਂ ਹੈ। ਦੁਨੀਆ ਵਿੱਚ ਮੇਰਾ ਨਾਮ ਨਾ ਹੋਣਾ ਚਾਹੀਦਾ ਹੈ। ਰਾਜੇ ਅਜੇ ਨੂੰ ਇਸੇ ਗੱਲ ਦਾ ਮਾਣ ਹੋ ਗਿਆ ਕਿ ਮੈਂ ਬਹੁਤ ਵੱਡਾ ਦਾਨੀ ਹਾਂ। ਤੇ ਇੱਕ ਵਾਰ ਇੱਕ ਸਾਧੂ ਫਕੀਰ ਤਬਕੇ ਦਾ ਇਨਸਾਨ ਇਹਦੇ ਕੋਲ ਆਇਆ। ਉਸ ਵੇਲੇ ਘੋੜਿਆਂ ਦੇ ਤਬੇਲੇ ਵਿੱਚ ਖੜਾ, ਦੁਪਹਿਰ ਦਾ ਸਮਾਂ। ਤੇ ਉਹ ਸਾਧੂ ਨੇ ਕਿਹਾ, ਰਾਜਾ ਅਜੇ ਸੁਣਿਆ ਤੇਰੇ ਬਾਰੇ ਤੂੰ ਬਹੁਤ ਵੱਡਾ ਦਾਨੀ ਹੈ। ਕਹਿੰਦਾ ਸੁਣਿਆ ਨਹੀਂ, ਬਿਲਕੁਲ ਸੱਚੀ ਗੱਲ ਹੈ। ਮੈਂ ਬਹੁਤ ਸੰਸਾਰ ਵਿੱਚ ਬਹੁਤ ਜ਼ਿਆਦਾ ਦਾਨ ਪੁੰਨ ਕਰਨਾ। ਤੇ ਉਹ ਕਹਿੰਦਾ ਮੈਂ ਵੀ ਫਿਰ ਇੱਥੇ ਆਇਆ ਕੁਝ ਆਸ ਕਰਕੇ, ਮੈਨੂੰ ਵੀ ਕੁਝ ਦੇ। ਤੇ ਰਾਜਾ ਅਜੇ ਗੁੱਸੇ ਵਿੱਚ ਬੋਲਦਾ, ਤੈਨੂੰ ਪਤਾ ਹੈ ਮੈਂ ਦਾਨ ਕਿਸ ਵੇਲੇ ਕਰਦਾ? ਮੈਂ ਸੂਰਜ ਦੀ ਟਿੱਕੀ ਚੜ੍ਹਨ ਤੋਂ ਪਹਿਲਾਂ ਦਾਨ ਕਰ ਦੇਣਾ। ਜਦੋਂ ਸੂਰਜ ਨਿਕਲਦਾ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਸਾਰਾ ਦਿਨ ਦਾਨ ਨਹੀਂ ਕਰਦਾ। ਅਗਲੇ ਦਿਨ ਫਿਰ ਮੈਂ ਦਾਨ ਕਰਨਾ, ਮੈਂ ਸੂਰਜ ਚੜ੍ਹਨ ਤੋਂ ਪਹਿਲਾਂ। ਤੇ ਉਹ ਫਕੀਰ ਤਬਕੇ ਦਾ ਇਨਸਾਨ ਸਾਧੂ ਪਹੁੰਚਿਆ ਹੋਇਆ। ਬੜੇ ਬੇਖੌਫ ਹੁੰਦੇ ਨੇ ਇਹੋ ਜਿਹੇ ਸਾਧੂ। ਉਹਨੇ ਇੱਕੋ ਗੱਲ ਕਹੀ, ਉਹ ਕਹਿੰਦਾ ਫਿਰ ਤੂੰ ਦਾਨੀ ਨਹੀਂ ਹੈ, ਫਿਰ ਤੂੰ ਰਾਜਾ ਨਹੀਂ ਹੈ। ਜਿਹੜਾ ਇਨਸਾਨ ਸਮਾਂ ਵੇਖ ਕੇ ਦਾਨ ਕਰਦਾ, ਇੰਨੇ ਵਜੇ ਤੋਂ ਇੰਨੇ ਵਜੇ ਤੱਕ ਮੈਂ ਦਾਨ ਕਰਨਾ ਹੈ, ਉਹ ਇਨਸਾਨ ਦਾਨੀ ਨਹੀਂ ਹੋ ਸਕਦਾ। ਰਾਜੇ ਅਜੇ ਨੂੰ ਇਸ ਗੱਲ ਦਾ ਗੁੱਸਾ ਲੱਗਾ। ਘੋੜਿਆਂ ਦੇ ਤਬੇਲੇ ਵਿੱਚ ਖੜਾ ਆਪਣੇ ਅਹਿਲਕਾਰ ਨੂੰ, ਆਪਣੇ ਸੇਵਾਦਾਰ ਨੂੰ ਕਹਿੰਦਾ ਹੈ ਕਿ ਇਹ ਦਾਨ ਮੰਗਣ ਆਇਆ ਹੈ, ਘੋੜਿਆਂ ਦੀ ਲਿੱਦ ਚੁੱਕ ਕੇ ਇਹਦੀ ਝੋਲੀ ਵਿੱਚ ਪਾ ਦਿਓ। ਸੱਚ ਜਾਣਿਓ ਉਹਦੇ ਅਹਿਲਕਾਰਾਂ ਨੇ ਘੋੜਿਆਂ ਦੀ ਲਿੱਦ ਚੁੱਕੀ ਤੇ ਉਹਦੀ ਝੋਲੀ ਵਿੱਚ ਪਾਈ। ਜਿਸ ਵੇਲੇ ਉਹਦੀ ਝੋਲੀ ਵਿੱਚ ਲਿੱਦ ਪਾਈ ਗਈ ਨਾ, ਉਹਨੇ ਕੁਝ ਨਹੀਂ ਬੋਲਿਆ, ਉਹ ਚਲਾ ਗਿਆ। ਸਮਾਂ ਬਤੀਤ ਹੋਇਆ। ਕੁਝ ਸਮੇਂ ਬਾਅਦ, ਕੁਝ ਸਾਲ ਲੰਘੇ ਤੇ ਰਾਜਾ ਜੰਗਲ ਵਿੱਚ ਗਿਆ ਸ਼ਿਕਾਰ ਖੇਡਣ। ਰਾਜਾ ਰਾਹ ਭੁੱਲ ਗਿਆ ਹੈ, ਆਪਣੇ ਸਾਥੀਆਂ ਤੋਂ ਵਿਛੜ ਗਿਆ ਹੈ। ਗਰਮੀ ਦਾ ਸਮਾਂ ਤੇ ਆਖਿਰਕਾਰ ਗਰਮੀ ਦੇ ਵਿੱਚ ਬੇਹਾਲ ਹੋਇਆ, ਇਹ ਬੇਹੋਸ਼ ਹੋ ਗਿਆ, ਡਿੱਗ ਪਿਆ। ਉਸੇ ਸਾਧੂ ਨੇ, ਉਸੇ ਫਕੀਰ ਨੇ ਆ ਕੇ ਇਹਨੂੰ ਸੰਭਾਲਿਆ। ਇਹਦੇ ਮੁੱਖ ਤੇ ਪਾਣੀ ਦੇ ਛਿੱਟੇ ਮਾਰੇ, ਹੋਸ਼ ਆਈ। ਨਾਲ ਉਹਦੀ ਕੁਟੀਆ ਆਪਣੀ ਕੁਟੀਆ ਵਿੱਚ ਲੈ ਗਿਆ। ਜਿਸ ਵੇਲੇ ਕੁਟੀਆ ਵਿੱਚ ਲੈ ਗਿਆ, ਸਮਾਂ ਬਹੁਤ ਹੋ ਚੁੱਕਿਆ ਸੀ। ਰਾਜੇ ਨੂੰ ਭੁੱਖ ਲੱਗੀ ਤੇ ਰਾਜਾ ਵੇਖਦਾ ਕੀ ਹੈ ਕਿ ਚਾਰੇ ਪਾਸੇ ਲਿੱਦ ਹੀ ਲਿੱਦ ਪਈ ਹੈ। ਉਹ ਕਹਿੰਦਾ ਕੁਝ ਛਕਣਾ? ਉਹ ਕਹਿੰਦਾ ਛਕਣਾ, ਇੱਥੇ ਛਕਣ ਨੂੰ ਲਿੱਦ ਤੋਂ ਸਿਵਾ ਹੋਰ ਕੁਝ ਨਹੀਂ ਹੈ। ਕਹਿੰਦਾ ਮੈਂ ਸਮਝਿਆ ਨਹੀਂ। ਕਹਿੰਦੇ ਜੋ ਤੂੰ ਬੀਜਿਆ ਤੈਨੂੰ ਵੱਢਣਾ ਪਏਗਾ, ਜੋ ਤੂੰ ਅਸਲ ਵਿੱਚ ਕਰਮ ਕੀਤਾ ਉਹਦਾ ਫਲ ਤੈਨੂੰ ਭੁਗਤਣਾ ਪਏਗਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕੀ ਕਹਿੰਦੇ ਨੇ, ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ। ਰਾਜੇ ਅਜੇ ਨੂੰ ਇਹਦੀ ਸਜ਼ਾ ਮਿਲੀ। ਜਿਹੋ ਜਿਹਾ ਰਾਜੇ ਅਜੇ ਨੇ ਕਰਮ ਕੀਤਾ ਹੈ, ਉਹਦੀ ਸਜ਼ਾ ਉਹਨੂੰ ਮਿਲੀ। ਬੜਾ ਪਛਤਾ ਰਿਹਾ ਹੈ। ਕਹਿੰਦਾ ਕੋਈ ਹੱਲ ਦੱਸੋ? ਉਹਦੇ ਨੇ ਹੱਲ ਇੱਕੋ ਇੱਕ ਹੈ, ਜਿੱਥੇ ਤੂੰ ਸੰਸਾਰਕ ਲੋਕਾਂ ਕੋਲੋਂ ਆਪਣੀ ਸਿਫਤ ਸਲਾਹ ਕਰਾ ਰਿਹਾ ਸੀ ਨਾ, ਹੁਣ ਇਹਨਾਂ ਲੋਕਾਂ ਕੋਲੋਂ ਆਪਣੀ ਨਿੰਦਿਆ ਕਰਾ। ਹੈ ਤੇ ਉਹਦੇ ਵਾਸਤੇ ਬੜਾ ਮੁਸ਼ਕਲ ਕਾਰਜ। ਜਿਹੜੇ ਲੋਕ ਤੁਹਾਡੀ ਤਾਰੀਫ ਕਰਦੇ ਹਨ, ਉਹੀ ਲੋਕ ਤੁਹਾਡੀ ਬਦਨਾਮੀ ਕਰਨ ਤੇ ਤੁਹਾਨੂੰ ਬਿਲਕੁਲ ਵੀ ਚੰਗਾ ਨਹੀਂ ਲੱਗੇਗਾ। ਪਰ ਰਾਜੇ ਅਜੇ ਨੇ ਕਰਨਾ ਸ਼ੁਭ ਕਰਮ ਤੇ ਸੰਸਾਰਕ ਲੋਕਾਂ ਦੇ ਵਿੱਚ ਰੌਲਾ ਪਵਾ ਦੇਣਾ ਕਿ ਅੱਜ ਰਾਜੇ ਅਜੇ ਨੇ ਆ ਵੀ ਮਾੜਾ ਕਰਮ ਕੀਤਾ ਹੈ, ਆ ਵੀ ਮਾੜਾ ਕਰਮ ਕੀਤਾ ਹੈ। ਲੋਕ ਉਹਦੀ ਨਿੰਦਿਆ ਕਰਨ ਲੱਗ ਪਏ। ਕੁਝ ਸਮੇਂ ਬਾਅਦ ਗਿਆ ਤੇ ਕੀ ਵੇਖਦਾ ਹੈ, ਜਾ ਕੇ ਵੇਖਦਾ ਜਿਹੜੇ ਲਿੱਦ ਦੇ ਭੰਡਾਰੇ ਭਰੇ ਸਨ ਸਾਰੇ ਖਤਮ ਹੋ ਗਏ। ਥੋੜ੍ਹੀ ਜਿਹੀ ਲਿੱਦ, ਇੱਕ ਬੁੱਕ ਕੋ ਲਿੱਦ ਪਈ। ਤੇ ਕਹਿੰਦਾ ਹੁਣ ਇਹਦੇ ਵਾਸਤੇ ਕੀ ਕਰਨਾ ਪਏਗਾ? ਤੇ ਉਹ ਸਾਧੂ ਕਹਿੰਦਾ ਇਹ ਤੇ ਫਿਰ ਤੈਨੂੰ ਛਕਣੀ ਪੈਗੀ, ਕਿਉਂਕਿ ਅਸਲ ਵਿੱਚ ਤੂੰ ਮੇਰੀ ਝੋਲੀ ਵਿੱਚ ਲਿੱਦ ਦਾ ਦਾਨ ਪਾਇਆ ਹੈ। ਜਿਹੜਾ ਤੂੰ ਮਾੜਾ ਕਰਮ ਕੀਤਾ ਹੈ, ਅਸਲ ਵਿੱਚ ਉਹ ਤੈਨੂੰ ਭੁਗਤਣਾ ਪਏਗਾ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਅਜੈ ਸੋ ਰੋਵੈ ਭੀਖਿਆ ਖਾਏ, ਐਸੀ ਦਰਗਾਹ ਮਿਲੈ ਸਜਾਏ। ਤੇ ਸੱਚ ਜਾਣਿਓ, ਕਈ ਵਾਰ ਅਸੀਂ ਸੋਚਨੇ ਆ ਕਿਹੜਾ ਕੋਈ ਵੇਖਦਾ ਪਿਆ ਹੈ। ਮਾੜਾ ਕਰਮ ਲੁੱਕ ਛਿਪ ਕੇ ਵੀ ਕਰ ਲੈਨੇ ਆ। ਹੱਟ ਪੱਟਣ ਵਿੱਚ ਮੰਦਰ ਭੰਨੈ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਹਾਂ ਛੁਪਾਏ। ਦਾਤੇ ਤੋਂ ਛੁਪਾ ਤੇ ਨਹੀਂ ਨਾ ਸਕਦੇ। ਹੁਣ ਸਤਿਗੁਰ ਨੇ ਅੱਜ ਕਿਰਪਾ ਕੀਤੀ ਹੈ, ਕਦ ਤੱਕ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ। ਦੁਨੀਆ ਵਿੱਚ ਬੜੇ ਵੱਡੇ ਧਰਮੀ ਹੋ ਗਏ ਜਿਹੜੇ ਦੀਨ ਤੋਂ ਡੋਲ ਗਏ। ਦੁਨੀਆ ਵਿੱਚ ਬੜੇ ਵੱਡੇ ਰਾਜੇ ਹੋ ਗਏ ਜਿਹੜੇ ਰਾਜੇ ਆਖਿਰਕਾਰ ਮਾੜੇ ਕਰਮਾਂ ਦੇ ਵਿੱਚ ਲੱਗ ਗਏ। ਤੇ ਸੰਸਾਰਕ ਲੋਕ ਜਦੋਂ ਮਾੜੇ ਕਰਮਾਂ ਵਿੱਚ ਲੱਗਦੇ ਹਨ ਤੇ ਉਹਨਾਂ ਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਜਿਹੜੇ ਕਰਮ ਅਸੀਂ ਕਰਨੇ ਪਏ ਹਾਂ ਉਹੀ ਕਰਮ ਚੰਗੇ ਨੇ। ਉਹਨਾਂ ਨੂੰ ਆਪਣੇ ਮਾੜੇ ਕਰਮ ਨਹੀਂ ਲੱਗਦੇ, ਉਹਨਾਂ ਨੂੰ ਚੰਗੇ ਜਾਣ ਕੇ ਕਰੀ ਜਾਂਦੇ ਨੇ।
ਤੇ ਜਦੋਂ ਗੁਰੂ ਕੋਲ ਬੈਠਾਂਗੇ ਤੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਭਲਿਆ ਆਪ ਸਵਾਰੈ ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ। ਤੈਨੂੰ ਤੇ ਲੋੜ ਹੈ ਆਪਣੇ ਆਪ ਨੂੰ ਸਵਾਰਨ ਦੀ, ਤੈਨੂੰ ਤੇ ਲੋੜ ਹੈ ਅਸਲ ਵਿੱਚ, ਤੈਨੂੰ ਲੋੜ ਹੈ ਇਸ ਗੱਲ ਦੀ ਕਿ ਮੈਂ ਆਪਣੇ ਵਿੱਚ ਜਿਹੜੀਆਂ ਊਣਤਾਈਆਂ ਨੇ, ਕਮੀਆਂ ਨੇ, ਉਹਨਾਂ ਨੂੰ ਦੂਰ ਕਰਾਂ, ਸ਼ੁਭ ਗੁਣਾਂ ਨੂੰ ਧਾਰਨ ਕਰਾਂ। ਪਰ ਸਾਡੀ ਫਿਤਰਤ ਹੈ, ਸਾਡਾ ਸੁਭਾਅ ਹੈ, ਅਸੀਂ ਸਾਰੀ ਉਮਰ ਦੂਜਿਆਂ ਦੇ ਔਗਣ ਹੀ ਫੋਲਦੇ ਰਹਿੰਦੇ ਹਾਂ। ਤੇ ਇਸ ਕਰਕੇ ਇੱਕ ਮਸਕੀਨ ਜੀ ਵੀ ਇੱਕ ਗੱਲ ਕਿਹਾ ਕਰਦੇ ਸੀ ਕਿ ਜਬ ਲਗ ਨਾ ਥੀ ਆਪਣੇ ਗੁਨਾहों की खबर, देखते थे दूसरों के ऐबो हुनर, जब अपने गुनाहों पर पड़ी निगाह तो जहाँ में कोई बुरा नहीं रहा। कहते ने मैनू दुनिया विच संसार विच बुरा कोई लग्या ही नहीं। क्यों? क्योंकि मैं अपने अंदर झात मार लई है कि मैं कित्थे खड़ा हाँ। अज वेखो समाज की की हालत है। भाई साहब भाई गुरदास होरां ने एक पौड़ी दे विच जिक्र किया, अज फैशन का दौर है, अज दुनिया कहती असीं मॉडर्न बन गए। सिख परिवारां दे वो लोग जिन्हां नूं गुरु नाल जुड़ना चाहिदा सी, कई बार पैलसां विच जाण दा मौका मिलदा, साडीआं धीआं भैणां सिर तो चुन्नी ला के केसां नूं खिलार के ते अपने आप नूं कहदियां ने कि असीं बड़े मॉडर्न जमाने दियां। पुरातन समयां विच की होया करदा, जदों सिर तो पग लै जानी ना, सिर तो चुन्नी लै जानी, उहनूं शुभ संकेत नहीं सी मन्निया जांदा। इत्थों तक कि पग उदों लैंदी सी जदों कोई चढ़ाई कर जांदा सी, सिर दे वाल उदों खिलारे जाते सन जदों सिर दा साईं चढ़ाई कर जाए तो कहते ने सिर दे वाल खिलार लै। ते अज दियां बच्चियां जिहड़ियां ने, जे पहली गल तो चुन्नी कोल ही नहीं है, तो जे चुन्नी कोल है तो उन्होंने गल दे विच पाया होया, सिर दे उत्ते नहीं लिया होया। मैनूं माफ़ करना, गल तुहानूं कौड़ी जरूर लगेगी। भाई साहब भाई गुरदास जी कहते एक घटना वापरी, उन्होंने अपनी वार दे विच दर्ज किया। कहते गर्मी की बड़ी रुत है, तो एक बजुर्ग बापू ना खूह तो इशनान करके आया, खेतों में काम करता है, पिंड के बाहर खूह है, खूह तो इशनान किया। इशनान करन तो बाद केसी भी नहाता, तो उन्हें पग जिहड़ी है खूह ते ला के एक साइड च रख दी। जदों घर आया तो उन्होंने चेता भुल गया पग सिर ते बन्ननी, उत्थे ही पग छड्ड आया, नंगे सिर अपने घर आया। तो भाई गुरदास जी कहते ने ठंडे खूहों नहाए कै, पग विसार आया सिर नंगा। घर विच रन्ना कमलियां तुसी लिती देख कुडंगा। रन्ना देख पिटंदियां ढाह मारे होए न संगै। जदों बापू घर विच आया, सिरों असल विच नंगा है, पग सिर ते नहीं, तो उन्होंने समझ लिया कि कोई इंसान चढ़ाई कर गया, रिश्तेदार। बापू इस गल का संकेत है क्योंकि बापू के सिर ते पग नहीं है। उन्होंने ढाहां मारनियां शुरू कर दित्तियां। जदों ढाहां मार के रोंदियां ने, पिटदियां ने, फिर आंढ गुआंढ के लोग भी इकट्ठे आ गए। उन्होंने सारिया ने इकट्ठे होकर ना सारिया ने रोना शुरू कर दिता। पुरातन समयां विच कोई रोंदा सी ते एक बीबी नैन जिहड़ी सी वो अगे होके अलाणी पढ़दी सी, उच्ची सुर विच उहदा नाम लैके अलाप करदी सी। नैन पुछदी पिटदियां कौन मुआ, किस दे नाओ अलाणी अंगै। कहते ने मैं किंदे नां ते अलाणी पवां, क्योंकि जिहड़ा इंसान मरदा उहदे नां दे उत्ते अलाणी पढ़ी जाती सी। उच्ची बोल के उहदा नाम लैके हेक ला के रोया जाता सी। फिर उन्होंने कहा कि असल विच ना सौहरे पुछो जाए कै, कौन मुआ नूह उत्तर मंगै। ते नूहां ने पुछया, वो कहदियां ने साडे सौहरे नूं पुछो जाके मरिया किहड़ा है। मेरे कहण तो भाव है कि मरिया कोई भी नहीं सी। बापू दे सिर तो पग लथी तो एक अजिहा भुलेखा पै गया, सारे परिवार विच रोना पिटना स्यापा पै गया। आंढी गवांढी भी आके रोन लगे। तो नैन पुछदी है कि असल विच मरिया कौन है, किंदे नां दी लाणी पढ़ा, किंदे नां दी बोली पा के मैं रोवां, तो तुसी मेरे पिछे पिछे रोयो। तो नूहां कहदियां ने सानू तो पता नहीं मरिया कौन है, तुसी बापू नूं ही पुछ लो। जदों बापू कोल गए तो बापू कहता मरिया तो कोई भी नहीं, मैनू तो नहीं पता। इन्हां नूं वेख के रोंदियां नूं सारे रोन लग पे। नूहां कहदियां ने बापू तेरे सिर ते पग नहीं सी,
इस गल का सानू भुलेखा पै गया। वो बापू भज्या खूह ते खूह तो जाके वो अपनी पग लैके आया। उन्हें अपनी पग अपने सिर ते सजाई ते बाद विच सारे जड़े ने कांवा रौला मूर्ख संगे कांवा रौला पै गया। मूर्खां दे इस टोले ने कांवा रौला पै दिता। ते असल विच भुलेखा की पिया कि जदों सिर दे उत्ते पग नहीं, सिर ते चुन्नी नहीं, तो इस गल नूं प्रतीक समझिया जाता सी कि कोई ना कोई सज्जन चढ़ाई कर गया है। तो अज आपां पैलसां विच वेखने आ, मैनूं माफ़ करना, होर धर्मां दे लोग जिवें मर्जी फैशन करन, कोई नहीं, पर असल विच जिहड़ा गुरु का सिख है ना या गुरु की सिंघनी है, उनका फर्ज बनता है अपने केसां नूं अपने सिर नूं ढक के रखना। ये भी तो एक कर्मां दे विच शुमार है ना। असीं कर्म किहड़े करने पे आ, असीं गुरु के सिख हाँ ते असीं अपने आप नूं पश्चिम दे नाल जोड़ लिया। उत्थों दे लोग, उत्थों दे वसनीक जिहड़े ने बड़े मॉडर्न ने, असीं भी उन्हां वांग मॉडर्न बनना है। किवें मॉडर्न बनांगे? बहुत भावना वालियां बीबियां ने, भैणां ने, वीर ने, जिहड़े अपने सिर दे उत्ते बड़े सोहणे दमाले सजांदे ने, बड़ियां सोहणियां दस्तारां बन्नदे ने। कि वो सोहणे नहीं लगदे? पर साडी सोच की है कि वालां नूं खिलार लिया नंगे सिर ते असीं अपने आप नूं कहने असीं बहुत मॉडर्न बन गए, पर सतगुर की सिੱਖੀ तो कोहां दूर चले गए। इस करके अजिहा कर्म ना करिए। सतगुर कहते हैं ऐसा काम मूले ना कीचै जित अंत पछोताईऐ। इहो जिहा काम कदे भुल के भी ना करी जिहड़ा तू गुरु दे नाल दूरी बना लै, जिहदे वास्ते तैनूं पछताना पै जाए। पर मनुख अजिहे कर्म करता है तो बार बार अजिहे कर्म करता है, ना समझ होने करके, ना सोझी होने करके। वेखो ज्ञान की कोई कमी नहीं, साडे कोल ज्ञान का भंडार है। बाबा कबीर जी कहते हैं हालत इस तरह की है, कबीर मन जानत सब बात जानत ही औगन करे, काहे की कुशलात हाथ दीप कुएं पर है। ये कांदी चलाकी है, हाथ विच दीवा होवे ते तू खूह दे उत्ते डिगदा, खूह माफ़ करना, हाथ विच दीवा ते तू खूह दे विच डिगना पिया, क्योंकि तेरे कोल ज्ञान है, तेरे कोल समझ है। धन गुरु ग्रंथ साहिब महाराज तेनू सेध दे रहे ने, पर असल विच तू कदी पढ़िया ही नहीं, तू कदे समझिया ही नहीं, तू कदे विचार कीती ही नहीं। ते सतगुर की बाणी सानू बार बार माड़े कर्मां तो प्रेर के शुभ कर्मां वाले पासे लैके आ रही है। दाता जी ने बयान किया है, परमेश्वर ते भुलिया व्यापन सभे रोग। जदों परमात्मा नू भुल जाइए ना तो रोग व्यापते ने। रोग तन दे भी बुरे ने ते रोग मन दे भी बुरे ने। रोज़मर्रा की जिंदगी विच पता नहीं किन्ने को रोग व्यापते ने। सतगुर किरपा करना, वे मुख होए राम ते लगन जन्म विजोग। जदों परमात्मा तो वेमुख हो गए ना, जन्मां जन्मांतरां दे विजोग लग गए। क्योंकि मनुख की आदत है, इनका सुभाव है, ये बहुते कर्म मनमुखताई दे विच करदा है। गुरु के हुक्म विच घट ते अपने मन के पिछे बहुता तुरदा है। तो सतगुरु की कहते, भाई गुरदास जी की कहते हैं, गुरमुख लाहा लै गए मनमुख चले मूल गवाए जी। गुरु के सन्मुख होने वाले लाहा लैके जाते हैं, जिंदगी की बाजी जित के जाते हैं, मन के पिछे तुरन वाले बाजी हार के जाते हैं। कहते हैं फिर किंदे अगे रोना करिए। खिन मैं कौड़े होए गए जितड़े माया भोग। माया दे भोग जिहड़े तू भोगना पैसा ना, मिठा करके खाया प्यारे तिन तन कीता रोग। जिन्हां चीज़ां नूं बड़ा रस लैके खा रहा है ना, उस मिठे ने तेरे तन नूं रोग ला दिता। हुण डॉक्टर कहता शुगर हो गई आ, जिहड़े मिठे नूं बड़ा पसंद करना से अज उस मिठे करके तू रोगी बन गया। हुण तू मिठा सारी उम्र खा नहीं सकदा। हुण तन नूं रोग लग जाए तो डॉक्टर जिहड़ा ना परहेज भी दसदा है तो दवाई भी दिंदा है। जिहड़ा इंसान दवाई खाई जाए तो परहेज ना करे, वो इंसान बच नहीं सकता। इस तरह मेरा वैद गुरु गोबिंदा हर हर नाम औखद मुख देवै काटै जम की फंदा। मेरा समरथ गुरु भी है, वैद है, वो भी सानू दवाई देंदा है। रोज़ दवाई दे रहे हैं दाता जी, शब्द राही सानू रोज़ समझा रहे हैं। पर असल मायनिਆਂ ਵਿੱਚ ਅਸੀਂ गुरु के दर ते रोज़ आ भी रहे हैं। महीने नूं या पूर्णमासी नूं तुसीं दूर दुराडे तो चल के आउंदे हो ना गुरु के दर ते, गुरु रहमतां वंडदे पए ने।
ਆ ਵੀ ਰਹੇ ਹਾਂ, ਦਵਾਈ ਲੈ ਵੀ ਰਹੇ ਹਾਂ, ਭਾਵ ਕਿ ਗੁਰੂ ਦੇ ਸ਼ਬਦ ਨੂੰ ਸੁਣਨੇ ਵੀ ਪਏ ਹਾਂ, ਪਰ ਸੱਚ ਜਾਣਿਓ ਪਰਹੇਜ਼ ਨਹੀਂ ਕਰਦੇ ਪਏ। ਉੱਥੇ ਦੇ ਉੱਥੇ ਖੜੇ ਹਾਂ। ਕਈ ਸੱਜਣ ਮਿਲਦੇ 30 ਸਾਲ ਹੋ ਗਏ ਆਉਂਦਿਆਂ ਨੂੰ, ਉੱਥੇ ਦੇ ਉੱਥੇ ਖੜੇ ਹਾਂ। ਕਾਰਨ ਕੀ ਹੈ ਕਿ ਤੂੰ ਆ ਵੀ ਰਿਹਾ ਹੈ, ਤੂੰ ਦਵਾਈ ਵੀ ਲੈ ਰਿਹਾ ਹੈ, ਪਰ ਤੂੰ ਅਸਲ ਵਿੱਚ ਪਰਹੇਜ਼ ਨਹੀਂ ਕੀਤਾ। ਜੋ ਗੁਰੂ ਸਾਹਿਬ ਕਹਿ ਰਹੇ ਨੇ, ਗੁਰੂ ਸਾਹਿਬ ਉਪਦੇਸ਼ ਦੇ ਰਹੇ ਨੇ, ਉਸ ਉਪਦੇਸ਼ ਦੀ ਤੂੰ ਕਮਾਈ ਕਰ ਹੀ ਨਹੀਂ ਰਿਹਾ। ਪਰ ਸਤਿਗੁਰ ਕੇ ਬਾਣੀ ਵਿੱਚ ਬਾਰ-ਬਾਰ ਦਰਜ ਹੈ, ਬਾਰ-ਬਾਰ ਮੇਰੇ ਦਾਤਾ ਨੇ ਬਿਆਨ ਕੀਤਾ ਹੈ ਕਿ ਦਵਾਈ ਖਾਣੀ ਵੀ ਜ਼ਰੂਰੀ ਹੈ ਅਤੇ ਪਰਹੇਜ਼ ਰੱਖਣਾ ਵੀ ਜ਼ਰੂਰੀ ਹੈ। ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਦੁਨੀਆ ਦੇ ਰੰਗ ਤਮਾਸ਼ੇ ਵੇਖ ਕੇ ਇਹ ਅੱਖਾਂ ਨਹੀਂ ਰੱਜੀਆਂ। ਵਿਸ਼ੇ ਵਿਕਾਰਾਂ ਵਿੱਚ ਮਨੁੱਖ ਪੈ ਗਿਆ, ਮਾੜੇ ਕਰਮਾਂ ਵਿੱਚ ਲੱਗ ਗਿਆ। ਪਰ ਸਤਿਗੁਰੂ ਕਹਿੰਦੇ ਨੇ, ਜਿਨ੍ਹਾਂ ਨੂੰ ਤੂੰ ਬੜੇ ਮਿੱਠੇ ਕਰਕੇ ਮੰਨੀ ਬੈਠਾ ਸੈ, ਜਿਨ੍ਹਾਂ ਸੱਜਣਾ ਮਿੱਤਰਾਂ 'ਤੇ ਕਈ ਵਾਰ ਬਹੁਤਾ ਜ਼ਿਆਦਾ ਮਾਣ ਹੁੰਦਾ ਹੈ, ਉਹੀ ਸੱਜਣ ਮਿੱਤਰ ਆਖਿਰਕਾਰ ਧੋਖਾ ਦੇ ਜਾਂਦੇ ਨੇ, ਜਿਨ੍ਹਾਂ 'ਤੇ ਬਹੁਤਾ ਜ਼ਿਆਦਾ ਮਾਣ ਹੁੰਦਾ। ਇਸ ਕਰਕੇ ਸਤਿਗੁਰ ਸਮਝਾ ਰਹੇ ਨੇ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ਼। ਫਿਰ ਵਿਚੋਲਗੀ ਕਾਂਦੀ, ਫਿਰ ਕਿੰਦੇ ਅੱਗੇ ਜਾ ਕੇ ਰੋਣਾ, ਕਿਉਂਕਿ ਮਨੁੱਖ ਦੀ ਆਦਤ ਹੈ, ਇਹ ਮਾੜਾ ਕਰਮ ਵੀ ਕਰਦਾ ਹੈ ਅਤੇ ਫਲ ਕਹਿੰਦਾ ਮੈਨੂੰ ਉੱਤਮ ਮਿਲੇ। ਫਿਰ ਹੁਣ ਕਿੰਦੇ ਅੱਗੇ ਜਾ ਕੇ ਰੋਏਗਾ, ਫਿਰ ਹੁਣ ਤੇਰੀ ਕੋਈ ਵਿਚੋਲਗੀ ਨਹੀਂ ਕਰੇਗਾ। ਕੀਤਾ ਕਿਛੂ ਨਾ ਹੋਵਈ ਲਿਖਿਆ, ਧੁਰ ਸੰਜੋਗ ਤੇਰਾ ਕੀਤਾ ਆਪਣਾ ਕਿਸੇ ਕੁਛ ਨਹੀਂ ਹੋ ਸਕਦਾ, ਕਿਉਂਕਿ ਜੋ ਤੂੰ ਕਰਮ ਕੀਤਾ ਹੈ ਉਹਦੇ ਮੁਤਾਬਕ ਤੈਨੂੰ ਫਲ ਮਿਲੇਗਾ। ਫਿਰ ਸਤਿਗੁਰੂ ਨੇ ਕਿਰਪਾ ਕੀਤੀ, ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ। ਬੜੇ ਉੱਤਮ ਭਾਗਾਂ ਦੇ ਨਾਲ ਸੱਚ ਜਾਣਿਓ ਗੁਰੂ ਦੀ ਪ੍ਰਾਪਤੀ ਹੈ, ਸਾਧ ਸੰਗਤ ਦੀ ਪ੍ਰਾਪਤੀ ਹੈ। ਕਿਉਂਕਿ ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਉੱਤਮ ਭਾਗ ਹੋਣ ਤੇ ਸਤ ਸੰਗਤ ਦੀ ਪ੍ਰਾਪਤੀ ਹੈ। ਨਹੀਂ ਤੇ ਵੇਖੋ ਬਹੁਤੇ ਪ੍ਰਾਣੀ ਜਿਹੜੇ ਨੇ ਉਹ ਸਵੇਰੇ 7-7 ਵਜੇ ਤੱਕ 8-8 ਵਜੇ ਤੱਕ ਸੁੱਤੇ ਹੀ ਰਹਿੰਦੇ ਨੇ, ਸਤ ਸੰਗਤ ਨਹੀਂ ਕਰਦੇ। ਭਾਗਾਂ ਵਾਲੇ ਹੋ ਜਿਹੜੇ ਚੱਲ ਕੇ ਗੁਰੂ ਦੇ ਦਰ 'ਤੇ ਆਉਂਦੇ ਹੋ, ਭਾਵਨਾ ਨਾਲ ਜੁੜਦੇ ਹੋ। ਸਤਿਗੁਰੂ ਕਹਿੰਦੇ ਨੇ ਬਹੁਤ ਉੱਤਮ ਭਾਗ ਨੇ। ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ। ਦਾਤਾ ਜੀ ਰੱਖ ਲਵੋ, ਤੁਹਾਡੀ ਸ਼ਰਨ ਵਿੱਚ ਆਇਆ। ਅਤੇ ਗੁਰੂ ਨਾਨਕ ਦੇ ਘਰ ਦਾ ਇੱਕ ਸਿਧਾਂਤ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਜਿਹੜਾ ਭਾਵਨਾ ਨਾਲ ਸ਼ਰਨ ਵਿੱਚ ਆਉਂਦਾ ਹੈ, ਗੁਰੂ ਸਾਹਿਬ ਉਹਨੂੰ ਆਪਣੇ ਕੰਠ ਨਾਲ ਗੱਲ ਨਾਲ ਲਾ ਲੈਂਦੇ ਨੇ। ਇਸ ਕਰਕੇ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਈ ਲੇਤ ਹੈ। ਭਾਵਨਾ ਨਾਲ ਇੱਕ ਕਦਮ ਪੁੱਟ, ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਦੀ ਲੈਣ ਆਉਣਗੇ, ਪਰ ਅਸਲ ਵਿੱਚ ਤੂੰ ਕਦਮ ਪੁੱਟਿਆ ਹੀ ਨਹੀਂ। ਬਾਬਾ ਕਬੀਰ ਜੀ ਕਹਿੰਦੇ ਨੇ, ਘਰੋਂ ਮਨ ਬਣਾਇਆ ਸੀ ਮੈਂ ਧਰਮੀ ਬਣਾ, ਚਾਲੇ ਥੇ ਹਰ ਮਿਲਣ ਕੋ ਬੀਚੇ ਅਟਕਿਓ ਚੀਤ, ਪਰ ਚਿੱਤ ਵਿੱਚ ਹੀ ਅਟਕ ਗਿਆ। ਮਾਇਕ ਪਦਾਰਥਾਂ ਵਿੱਚ ਇੰਨੇ ਕੁ ਉਲਝ ਗਏ। ਅੱਜ ਵੇਖੋ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਧਰਮੀ ਪੁਰਖਾਂ ਦੀਆਂ ਵੀਡੀਓ ਤੁਹਾਡੇ ਸਾਹਮਣੇ ਆ ਰਹੀਆਂ ਨੇ, ਜਿਹੜੇ ਬਾਹਰੀ ਤੌਰ 'ਤੇ ਲਿਬਾਸ ਚਿੱਟਾ ਅਤੇ ਅਸਲ ਵਿੱਚ ਕਰਮ ਜਿਹੜੇ ਨੇ ਮਾੜੇ ਨੇ। ਸੋਸ਼ਲ ਮੀਡੀਆ 'ਤੇ ਕਿੰਨੇ ਕੁ ਇਹੋ ਜਿਹੇ ਧਾਰਮਿਕ ਪੁਰਖ ਨੇ ਜਿਨ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਨੇ, ਜਿਹੜੇ ਵਿਭਚਾਰ ਵਿੱਚ ਪਏ, ਮਾੜੇ ਕਰਮਾਂ ਵਿੱਚ ਪਏ ਹੋਏ ਨੇ। ਸਤਿਗੁਰ ਨੇ ਬਿਆਨ ਕੀਤਾ ਹੈ, ਕਤਕ ਹੋਵੈ ਸਾਧ ਸੰਗ ਬਿਨ ਸੈ ਸਭੇ ਸੋਚ ਕੇ। ਹੇ ਭਾਵਨਾ ਵਾਲਿਆ, ਹੇ ਸ਼ਰਧਾ ਵਾਲਿਆ, ਗੁਰੂ ਦੇ ਦਰ 'ਤੇ ਆ ਅਤੇ ਸਤ ਸੰਗਤ ਕਰ। ਤੂੰ ਕਹਿੰਦਾ ਨਾ ਮੇਰੀ ਜ਼ਿੰਦਗੀ ਵਿੱਚ ਚਿੰਤਾਵਾਂ ਨੇ, ਤੂੰ ਕਹਿੰਦਾ ਮੇਰੀ ਜ਼ਿੰਦਗੀ ਵਿੱਚ ਦੁੱਖ ਨੇ, ਤੂੰ ਕਹਿੰਦਾ ਮੇਰੀ ਜ਼ਿੰਦਗੀ ਵਿੱਚ ਝੋਰੇ ਨੇ। ਸੱਚ ਜਾਣੀ, ਭਾਵਨਾ ਨਾਲ ਸੰਗਤ ਕਰੇਗਾ, ਗੁਰੂ ਕੇ ਸ਼ਬਦ ਨਾਲ ਜੁੜੇਗਾ, ਸਤ ਸੰਗਤ ਕਰੇਗਾ ਅਤੇ ਸਾਰੀਆਂ ਚਿੰਤਾਵਾਂ, ਝੋਰੇ, ਦੁੱਖ ਸਾਰੇ ਦੇ ਸਾਰੇ ਦੂਰ ਹੋ ਜਾਣਗੇ। ਇਸ ਵਾਸਤੇ ਗੁਰੂ ਦੇ ਦਰ 'ਤੇ ਆਉਣਾ ਵੀ ਜ਼ਰੂਰੀ ਹੈ। ਮੈਂ ਪਹਿਲਾਂ ਵੀ ਬਿਆਨ ਕੀਤਾ, ਨੇਮ ਵੀ ਜ਼ਰੂਰੀ ਹੈ। ਅਤੇ ਕਿਤੇ ਇਹ ਨਾ ਹੋਵੇ ਕਿ ਇਕੱਲਾ ਆਇਆ ਬੱਦਾ ਚੱਟੀ ਜੋ ਭਰੇ, ਨਾ ਗੁਣ ਨਾ ਉਪਕਾਰ, ਆਇਆ ਇਕੱਲਾ ਮੱਥਾ ਟੇਕਿਆ ਨਾਲ ਦੀ ਨਾਲ ਉੱਡ ਗਿਆ। ਨਹੀਂ, 2 ਘੜੀਆਂ ਬਹਿ ਗੁਰੂ ਕੀ ਵਿਚਾਰ ਨੂੰ ਸੁਣ, ਗੁਰੂ ਕੇ ਸ਼ਬਦ ਨੂੰ ਸੁਣ। ਜਿੰਨਾ ਸਮਾਂ ਵੀ ਆਉਣਾ ਹੀ ਬੜੀ ਸ਼ਰਧਾ ਅਤੇ ਭਾਵਨਾ ਦੇ ਨਾਲ ਆ। ਜਦੋਂ ਸ਼ਰਧਾ ਅਤੇ ਭਾਵਨਾ ਦੇ ਨਾਲ ਗੁਰੂ ਦੇ ਦਰ 'ਤੇ ਚੱਲ ਕੇ ਆਏਗਾ ਨਾ, ਸੱਚ ਜਾਣੀ ਗੁਰੂ ਸਾਹਿਬ ਆਪ ਬਾਂਹ ਫੜਨਗੇ। ਸੀਮਤ ਸਮੇਂ ਵਿੱਚ ਰਹਿੰਦਿਆਂ ਸਮਾਂ ਪੂਰਾ ਹੋ ਚੁੱਕਿਆ ਹੈ। ਇੱਕ ਨਹੀਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਅਤੇ ਗਲਤੀਆਂ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਆਪ ਸਮੂਹ ਸੰਗਤ ਦਾ ਬਹੁਤ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਹੁਤ ਬਹੁਤ ਕੋਟ ਕੋਟ ਸ਼ੁਕਰਾਨਾ।
ਜਿਸ ਦਾਤੇ ਦੀ ਅਪਾਰ ਬਖਸ਼ਿਸ਼ ਸਦਕਾ ਦੋ ਲਫ਼ਜ਼ ਬੋਲਣ ਜੋਗੇ ਹੋਏ ਆ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧ ਜੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ, ਜੋ ਕਿ ਇਸ ਵੇਲੇ USA ਦੀ ਧਰਤੀ ਦੇ ਉੱਤੇ ਪ੍ਰਚਾਰ ਪ੍ਰਸਾਰ ਵਾਸਤੇ ਪਹੁੰਚੇ ਹੋਏ ਨੇ, ਉਹਨਾਂ ਦਾ ਵਿਸ਼ੇਸ਼ ਤੌਰ ਦੇ ਉੱਤੇ ਧੰਨਵਾਦ ਹੈ। ਇਸ ਪਾਵਨ ਸਥਾਨ ਦੇ ਹੈੱਡ ਗ੍ਰੰਥੀ ਭਾਈ ਜਗਜੀਤ ਸਿੰਘ ਜੀ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸਰਬਜੀਤ ਸਿੰਘ ਜੰਮੂ ਅਤੇ ਇੱਥੋਂ ਦੇ ਮੈਨੇਜਰ ਦੀ ਸੇਵਾ ਨਿਭਾ ਰਹੇ ਸਕੱਤਰ ਪਰਮਜੀਤ ਸਿੰਘ ਜੀ ਸ਼ੇਰਗੜ੍ਹ, ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ। ਸਾਡੇ ਇੰਚਾਰਜ ਸਾਹਿਬ ਦਰਬਾਰ ਦੇ ਵਿੱਚ ਹਾਜ਼ਰ ਨੇ, ਭਾਈ ਸਾਹਿਬ ਸਿਕੰਦਰ ਸਿੰਘ ਜੀ, ਉਹਨਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਹੈ। ਆਪ ਸਮੂਹ ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ, ਸਮੁੱਚੇ ਗੁਰੂ ਕੇ ਵਜ਼ੀਰਾਂ ਦਾ, ਕਥਾਵਾਚਕਾਂ ਦਾ